हाँ जी, वेलकम डियर स्टूडेंट्स। ਅੱਜ ਆਪਾਂ ਕਰਨ ਜਾ ਰਹੇ ਹਾਂ ਰਿਵਾਈਜ਼ ਤੁਹਾਡੀ ਕਲਾਸ +1 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜਾ ਪੋਇਟਰੀ ਸੈਕਸ਼ਨ ਆ ਬੁੱਕ ਦਾ ਵੀ ਸੈਕਸ਼ਨ। ਸੋ ਉਹਦੀ ਫਸਟ ਪੋਇਮ ਹੈ ਬੇਟਾ ਲਾਈਨਸ ਰਿਟਨ ਇਨ ਅਰਲੀ ਸਪਰਿੰਗ। ਠੀਕ ਹੈ, ਇਸ ਦੇ MCQs ਦੇਖਾਂਗੇ। ਇਸ ਤੋਂ ਇਲਾਵਾ ਇਹਦੇ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਜੋ ਅਸੀਂ ਆਲਰੇਡੀ ਪਹਿਲਾਂ ਕਾਪੀਜ਼ 'ਤੇ ਕੀਤੇ ਹੋਏ ਨੇ ਉਹਨਾਂ ਨੂੰ ਵੀ ਰਿਵਾਈਜ਼ ਕਰਾਂਗੇ ਅਤੇ ਜਿਹੜੇ ਹੁਣ ਡਿਪਾਰਟਮੈਂਟ ਵੱਲੋਂ ਪ੍ਰਾਪਤ ਹੋਏ ਨੇ ਅਸੀਂ ਉਹਨਾਂ ਨੂੰ ਵੀ ਰਿਵਾਈਜ਼ ਕਰਾਂਗੇ। ਸੋ ਅੱਜ ਦੀ ਵੀਡੀਓ ਆ ਕਲਾਸ +1 ਦੇ ਸਟੂਡੈਂਟਸ ਦੀ ਜਨਰਲ ਇੰਗਲਿਸ਼ ਲਈ। ਠੀਕ ਹੈ, ਸੋ ਕਰਦੇ ਹਾਂ ਆਪਾਂ ਬੇਟਾ ਸਟਾਰਟ ਵੀਡੀਓ। ਹਾਂਜੀ ਬੇਟਾ, ਇਹ ਦੇਖੋ ਰਿਵੀਜ਼ਨ ਮਟੀਰੀਅਲ ਟਰਮ ਬਣ ਲਈ ਜਿਹੜਾ ਹੁਣ ਅਵੇਲੇਬਲ ਹੋਇਆ ਸਾਨੂੰ। ਇਹਦੇ ਵਿੱਚ ਸਾਨੂੰ ਪੋਇਮਸ ਦੀਆਂ ਸਟੈਂਜਾ ਦਿੱਤਾ ਹੋਇਆ ਫਸਟ। ਠੀਕ, ਪਹਿਲਾਂ ਅਸੀਂ ਉਸ ਸਟੈਂਜੇ ਨੂੰ ਸਮਝਦੇ ਹਾਂ, ਫਿਰ ਉਹਦੇ ਨਾਲ ਰਿਲੇਟਡ ਕੁਐਸਚਨਸ ਕਰਦੇ ਹਾਂ। ਸਟੈਂਜਾ ਸਮਝ ਕੇ ਅਗਰ ਉਸ ਤੋਂ ਇਲਾਵਾ ਵੀ ਕੋਈ ਆ ਜਾਂਦਾ ਹੈ ਨਾ ਕੁਐਸਚਨ, ਅਗਰ ਸਮਝ ਲੱਗੀ ਹੋਈ ਹੈ ਤਾਂ ਫਿਰ ਸਾਨੂੰ ਉਹਦਾ ਆਨਸਰ ਫਾਈਂਡ ਕਰਨਾ ਈਜ਼ੀ ਹੁੰਦਾ। ਸੋ ਆਈ ਹਰਡ 1,000 ਬਲੈਂਡਡ ਨੋਟਸ ਵਾਈਲ ਇਨ ਅ grove I stayed, declined in that sweet mood when pleasant thoughts bring sad thoughts to mind. ਓਕੇ, ਹੁਣ ਦੇਖੋ ਇਹਨੂੰ ਕੀ ਕਹਿ ਰਿਹਾ ਇਹਦੇ ਵਿੱਚ ਕਵੀ। ਜਿਹੜਾ ਕਵੀ ਹੈ ਕਹਿੰਦਾ ਵੀ ਬਸੰਤ ਰੁੱਤ ਦਾ ਜਿਹੜਾ ਸਮਾਂ ਸੀਗਾ ਹੈ ਨਾ, ਬਸੰਤ ਰੁੱਤ ਦੀ ਆਮਦ ਹੋ ਰਹੀ ਸੀ ਅਤੇ ਜਿਹੜਾ ਕਵੀ ਸੀ ਆਪਣੇ ਗਰੋਵ, ਇੱਥੇ ਵਰਡ ਆਇਆ ਗਰੋਵ ਦਾ ਮਤਲਬ ਹੈ ਸੈਕਿੰਡ ਲਾਈਨ ਦੇ ਵਿੱਚ ਵੀ ਬਾਗ ਜਾਂ ਕਹਿ ਸਕਦੇ ਹਾਂ ਆਪਾਂ ਦਰਖਤਾਂ ਦਾ ਝੁੰਡ। ਉਹ ਉੱਥੇ ਬੈਠਾ ਹੈ ਨਾ। ਸੋ ਉੱਥੇ ਬੈਠਾ ਹੁਣ ਉਹ ਕੀ ਕਰ ਰਿਹਾ, ਵਿਸ਼ਰਾਮ ਕਰ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਜਿਹੜੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਉਹਨੂੰ ਸੁਣਾਈ ਦੇ ਰਹੀਆਂ ਨੇ, ਉਹ ਇੰਨੇ ਮਿੱਠੀਆਂ ਨੇ ਜਿਵੇਂ ਸੰਗੀਤ ਦੇ ਸੁਰੀਲੇ ਸੁਰ ਹੁੰਦੇ ਨੇ। ਅਤੇ ਕਵੀ ਦਾ ਮਨ ਆ ਜਿਹੜਾ ਮਿੱਠੇ ਵਿਚਾਰਾਂ ਨਾਲ ਭਰ ਜਾਂਦਾ। ਅਤੇ ਜਿਹੜਾ ਇਹ ਮਿੱਠੇ ਵਿਚਾਰਾਂ ਤੋਂ ਬਾਅਦ ਉਹਦੇ ਮਨ ਦੇ ਵਿੱਚ ਉਦਾਸ ਜਾਂ ਦੁੱਖ ਭਰੀਆਂ ਗੱਲਾਂ ਵੀ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨੂੰ। ਸੋ ਇਹ ਆ ਪੈਰੇ ਦਾ ਪਹਿਲੇ ਦਾ ਮਤਲਬ। ਹੁਣ ਆਪਾਂ ਨੂੰ ਤੁਹਾਨੂੰ ਪਤਾ ਹਮੇਸ਼ਾ ਕਹਿੰਦੀ ਹਾਂ ਜਿੰਨੀਆਂ ਪੋਇਮ ਤੁਹਾਡੇ ਇਸ ਵਾਲੇ ਟਰਮ 1 ਦੇ ਵਿੱਚ 3 ਪੋਇਮਸ ਨੇ ਬੇਟਾ, ਤਿੰਨੋਂ ਪੋਇਮਸ ਦੇ ਨਾਮ ਔਰ ਤਿੰਨੋਂ ਪੋਇਟ ਦੇ ਨਾਮ ਜ਼ਰੂਰ ਤੁਸੀਂ ਲਰਨ ਕਰ ਲੈਣੇ ਨੇ, ਆਉਂਦਾ ਹੀ ਆਉਂਦਾ ਕੁਐਸਚਨ। ਸੋ ਇੱਥੇ ਹੁਣ ਪੁੱਛਿਆ ਗਿਆ ਲਾਈਨਸ ਰਿਟਨ ਇਨ ਅਰਲੀ ਸਪਰਿੰਗ ਦਾ ਰਾਈਟਰ ਕੌਣ ਆ, ਪੋਇਟ ਕੌਣ ਆ। ਸੋ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ ਇੱਥੇ। ਵਿਲੀਅਮ ਵਰਡਸਵਰਥ ਹੈ ਬੇਟਾ ਇਹਦਾ ਰਾਈਟਰ। ਕੌਣ ਆ? ਵਿਲੀਅਮ ਵਰਡਸਵਰਥ। ਸੋ ਸੈਕਿੰਡ ਕੁਐਸਚਨ, ਵਾਈ ਇਜ਼ ਦਾ ਪੋਇਟ ਇਨ ਸਵੀਟ ਮੂਡ। ਕਿਉਂ ਖੁਸ਼ਨੁਮਾ ਮੂਡ ਦੇ ਵਿੱਚ ਸੀ ਪੋਇਟ? ਕਿਉਂਕਿ ਉਹ ਤਾਂ ਦਰਖਤਾਂ ਦੇ ਝੁੰਡ ਦੇ ਵਿਚਕਾਰ ਬੈਠਾ ਹੋਇਆ ਸੀ ਜਿੱਥੇ ਉਹਨੂੰ ਸੁਰੀਲੀਆਂ ਆਵਾਜ਼ਾਂ ਸੁਣ ਰਹੀਆਂ ਸੀ, ਹੈ ਨਾ। ਇਸ ਕਰਕੇ ਉਹ ਖੁਸ਼ ਮੂਡ ਦੇ ਵਿੱਚ ਸੀ। ਹੁਣ ਇੱਥੇ ਸਾਨੂੰ ਆਪਸ਼ਨਸ ਜਿਹੜੀਆਂ ਦਿੱਤੀਆਂ ਵੀਆਂ ਨੇ, ਹਾਂ ਉਹਦੇ ਵਿੱਚੋਂ ਅਸੀਂ ਦੇਖੋ ਸਾਰੀਆਂ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਫਿਰ ਅਸੀਂ ਉਹਨੂੰ ਉਹਦੇ 'ਚ ਚੂਜ਼ ਕਰ ਪਾਵਾਂਗੇ। ਆਨਸਰਸ ਬੀ ਹੈ ਇਹਦਾ ਬੇਟਾ, ਬਿਕਾਊਜ਼ ਹੀ ਇਜ਼। ਇਹ ਵਰਡ ਆ ਮਿਡਸਟ ਨੇਚਰ, ਉਹਦਾ ਮੀਨਸ ਮਿਡਸਟ ਦਾ ਮਤਲਬ ਹੁੰਦਾ ਵਿਚਕਾਰ ਘਿਰਿਆ ਹੋਇਆ, ਨੇਚਰ ਦੇ ਕੁਦਰਤ ਦੇ ਵਿਚਕਾਰ ਘਿਰਿਆ ਹੋਇਆ, ਵਿਚਕਾਰ ਬੈਠਾ ਸੀ ਉਹ, ਹੈ ਨਾ। ਇਸ ਲਈ ਉਹਦਾ ਜਿਹੜਾ ਮੂਡ ਸੀ ਇੰਨਾ ਸਵੀਟ ਸੀ। ਸੋ ਨੈਕਸਟ ਕੁਐਸਚਨ, ਅਕੋਰਡਿੰਗ ਟੂ ਦ ਗਿਵਨ ਲਾਈਨਸ ਵੇਅਰ ਇਜ਼ ਦਾ ਪੋਇਟ ਸਿਟਿੰਗ। ਪੋਇਟ ਕਿੱਥੇ ਬੈਠਾ ਸੀ, ਉਹੀ ਗੱਲ ਹੁਣ ਇੱਥੇ ਫਿਰ ਆ ਗਈ, ਹੈ ਨਾ। ਕਿੱਥੇ? ਇਨ ਆ ਗਰੋਵ, ਦਰਖਤਾਂ ਦੇ ਝੁੰਡ ਦੇ ਵਿਚਕਾਰ ਜਾਂ ਬਗੀਚੇ ਦੇ ਵਿੱਚ, ਹੈ ਨਾ। ਸੋ ਇਸ ਦਾ ਆਨਸਰ ਹੈ, ਕਰੈਕਟ ਆਨਸਰ ਆਪਸ਼ਨ ਡੀ ਹੈ ਬੇਟਾ। ਕੁਐਸਚਨ ਨੰਬਰ 4, ਚੂਜ਼ ਦਾ ਰਾਈਮਿੰਗ ਵਰਡ ਫਰੋਮ ਦਾ ਗਿਵਨ ਸਟੈਂਜਾ। ਇਸ ਸਟੈਂਜਾ ਦੇ ਵਿੱਚੋਂ ਰਾਈਮਿੰਗ ਵਰਡ ਚੂਜ਼ ਕਰਨੇ ਆ। ਰਾਈਮਿੰਗ ਵਰਡ ਜਿਵੇਂ ਪੰਜਾਬੀ 'ਚ ਕਹਿੰਦੇ ਆ ਤੁਕਾਂਤ, ਹੈ ਨਾ। ਦੇਖੋ ਦੂਜੀ ਲਾਈਨ ਦਾ ਐਂਡ ਦੇਖੋ ਅਤੇ ਤੀਜੀ ਦਾ ਐਂਡ ਦੇਖੋ, ਮਿਲਦੇ ਨੇ ਨਾ, ਰਿਕਲਾਈਨਡ, ਮਾਈਂਡ। ਸੋ ਇਹ ਰਾਈਮਿੰਗ ਵਰਡ ਨੇ। ਤੋ ਇਹ ਇੱਥੇ ਹੈਗਾ ਸਾਡੇ ਕੋਲ ਆਪਸ਼ਨ ਸੀ। ਠੀਕ ਹੈ, ਇਹਦਾ ਕਰੈਕਟ ਆਨਸਰ। ਹੁਣ ਅਸੀਂ ਨੈਕਸਟ ਸਟੈਂਜਾ ਵੱਲ ਚੱਲਦੇ ਹਾਂ ਜਿਹੜਾ ਅਸੀਂ ਪੜ੍ਹਾਂਗੇ ਅਤੇ ਉਹਨੂੰ ਸਮਝਾਂਗੇ। ਸੋ ਰੀਡ ਕਰਦੇ ਹਾਂ ਸਟੈਂਜਾ। ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ the human soul that through me run, and much it grieved my heart to think what man has made of man. ਸੋ ਹੁਣ ਇਹਦਾ ਮੀਨਿੰਗ ਸਮਝ ਲਈਏ ਕਿ ਕਵੀ ਜਿਹੜਾ ਇੱਥੇ ਗੱਲ ਕਰ ਰਿਹਾ ਵੀ ਮਨੁੱਖ ਅਤੇ ਕੁਦਰਤ ਆ ਜਿਹੜਾ ਦੋਨਾਂ ਦੇ ਵਿੱਚ ਇੱਕੋ ਆਤਮਾ ਵਸਦੀ ਹੈ। ਬਹੁਤ ਉਹਨਾਂ ਦੇ ਵਿੱਚ ਨੇੜੇ ਦਾ ਰਿਸ਼ਤਾ, ਲਿੰਕ ਆ ਨੇਚਰ ਅਤੇ ਮਨੁੱਖ ਦੇ ਵਿੱਚ, ਹੈ ਨਾ। ਜਿੰਨੀਆਂ ਕਹਿੰਦੇ ਜਿਹੜੇ ਕੁਦਰਤ ਆ ਉਹਨੇ ਮਨੁੱਖ ਆ, ਚਾਹੇ ਜਿਹੜੀਆਂ ਦੀ ਹੋਰ ਖੂਬਸੂਰਤ ਰਚਨਾਵਾਂ ਨੇ, ਸਾਰਿਆਂ ਦੇ ਵਿੱਚ ਇੱਕੋ ਜਿਹੀ ਆਤਮਾ ਪਾਈ ਹੈ, ਹੈ ਨਾ। ਪਰ ਜਿਹੜਾ ਕਵੀ ਆ ਉਹ ਇਹ ਸੋਚ ਕੇ ਦੁਖੀ ਹੋ ਰਿਹਾ ਗਾ ਵੀ ਜਿਹੜਾ ਮਨੁੱਖ ਆ ਉਹ ਕੁਦਰਤ ਤੋਂ ਦੂਰ ਹੋ ਗਿਆ ਅਤੇ ਉਹਨੇ ਦੂਰ ਹੋ ਕੇ ਆਪਣਾ ਕੀ ਹਾਲ ਬਣਾ ਲਿਆ ਗਾ। ਉਹ ਚੀਜ਼ ਦੇਖ ਕੇ ਉਹਨੂੰ ਦੁੱਖ ਹੋ ਰਿਹਾ। ਕਹਿਣ ਦਾ ਭਾਵ
ਵੀ ਕੁਦਰਤ ਤੋਂ ਜਿੰਨੀਆਂ ਵੀ ਮਨੁੱਖ ਦੀਆਂ ਇਸ ਟਾਈਮ ਬੁਰਾਈਆਂ ਨੇ ਜਾਂ ਉਹਦੇ ਦੁੱਖ ਨੇ ਉਹ ਸਾਰੇ ਕੁਦਰਤ ਤੋਂ ਦੂਰ ਹੋਣ ਕਰਕੇ ਨੇ। ਇਸ ਲਈ ਜਿਹੜਾ ਕਵੀ ਆ ਕਹਿੰਦਾ ਵੀ ਬਟ ਮੈਨ ਹੈਜ਼ ਮੇਡ ਆਫ ਮੈਨ, ਹੈ ਨਾ, ਕੀ ਹਾਲ ਬਣਾਤਾ ਉਹਨੇ। ਓਕੇ, ਹੁਣ ਆਪਾਂ ਇਹਦੇ ਦੇਖਦੇ ਹਾਂ ਕੁਐਸਚਨਸ। ਬਟ ਆਰ ਦਾ ਫੇਅਰ ਵਰਕਸ ਆਫ ਨੇਚਰ ਰੈਫਰਡ ਟੂ ਇਨ ਦਾ ਸਟੈਂਜਾ, ਕਿਹੜੇ ਫੇਅਰ ਵਰਕ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਸਾਡੇ ਕੋਲ ਆਪਸ਼ਨਸ ਅਵੇਲੇਬਲ ਨੇ ਸਾਰੀਆਂ, ਧਿਆਨ ਨਾਲ ਅਸੀਂ ਅਗਰ ਉਹਨਾਂ ਨੂੰ ਪੜ੍ਹਾਂਗੇ ਤਾਂ ਅਸੀਂ ਸਹਿਜੇ ਹੀ ਇਸ ਦਾ ਆਨਸਰ ਫਾਈਂਡ ਕਰ ਸਕਾਂਗੇ ਕਿ ਆਪਸ਼ਨ ਏ ਆ ਇਹਦਾ ਕਰੈਕਟ ਆਨਸਰ। ਬਿਊਟੀਫੁਲ ਆਬਜੈਕਟਸ ਆਫ ਨੇਚਰ, ਦੇਖੋ ਦੂਜੇ 'ਚ ਬੈਡ ਥਿੰਗ ਦੀ ਗੱਲ ਹੋਈ ਆ, ਈਵਲ ਦੀ ਹੋਈ ਆ, ਦੇਖੋ ਮੈਨਸ ਅਲਾਈਨੇਸ਼ਨ ਫਰੋਮ ਮੈਨ ਹੋਈ ਆ, ਨੋ, ਉੱਥੋਂ ਨੇਚਰ ਦੀ ਗੱਲ ਕਰਦਾ। ਸੋ ਦੂਜੇ ਤਿੰਨੋਂ ਖਾਰਜ ਹੋ ਗਏ, ਸੋ ਇਹਦਾ ਹੈ ਏ ਆਨਸਰ ਬੇਟਾ। ਨੈਕਸਟ ਵਨ ਹੈ ਜੀ ਕੁਐਸਚਨ ਨੰਬਰ 2, ਵਾਈ ਇਜ਼ ਪੋਇਟ grieved, ਦੁਖੀ ਕਿਉਂ ਸੀ ਪੋਇਟ। ਬਿਕਾਊਜ਼ ਮੈਨ ਹੈਜ਼ ਮਿਸਹੈਂਡਲਡ ਨੇਚਰ, ਕਿਉਂ, ਕਿਉਂਕਿ ਜਿਹੜਾ ਮਨੁੱਖ ਸੀ ਉਹਨੂੰ ਜਿਹੜੀ ਕੁਦਰਤ ਨੂੰ ਸਾਂਭਣਾ ਨਹੀਂ ਆਇਆ ਸਹੀ ਤਰੀਕੇ ਨਾਲ, ਉਹਨੇ ਬੁਰੇ ਢੰਗ ਨਾਲ ਜਾਂ ਗਲਤ ਢੰਗ ਨਾਲ ਕੁਦਰਤ ਨੂੰ ਟਰੀਟ ਕੀਤਾ। ਇਸ ਵਜ੍ਹਾ ਨਾਲ ਜਿਹੜਾ ਕਵੀ ਆ ਉਹ ਦੁਖੀ ਆ। ਹੁਣ ਜਿਵੇਂ ਦੂਜੇ 'ਚ ਪਹਿਲੇ 'ਚ ਉਹਨਾਂ ਨੇ ਡਿਸਟਰੋਏ ਕਿਹਾ ਵੀ ਨੇਚਰ ਡਿਸਟਰੋਏ ਕਰਤੀ ਮੈਨ ਨੇ, ਹੈ ਨਾ। ਦੂਜੇ 'ਚ ਕੀ ਕਹਿ ਰਿਹਾ, ਉਹ ਪਿਆਰ ਕਰਦਾ ਨੇਚਰ ਨੂੰ। ਅਤੇ ਚੌਥੇ 'ਚ ਅਨਫੇਅਰ ਦੀ ਗੱਲ ਕੀਤੀ, ਨੇਚਰ ਇਜ਼ ਅਨਫੇਅਰ। ਸੋ ਇਹ ਸਾਰੇ ਗਲਤ ਨੇ, ਸੀ ਆ ਜਿਹੜਾ ਕਰੈਕਟ ਆਨਸਰ ਹੈ ਬੇਟਾ। ਕੁਐਸਚਨ ਨੰਬਰ 3, ਵਾਟ ਡਜ਼ ਦਾ ਪੋਇਟ ਮੀਨ ਵਾਈ ਵਾਟ ਮੈਨ ਹੈਜ਼ ਮੇਡ ਆਫ ਮੈਨ, ਇਹ ਤੋਂ ਮਤਲਬ ਕੀ ਆ, ਹੈ ਨਾ, ਕਵੀ ਨੇ ਕੀ ਮੀਨਿੰਗ ਲਿਆ। ਇਹਦਾ ਮਤਲਬ ਇਹੀ ਆ ਵੀ ਜਿਹੜਾ ਕਵੀ ਇਹ ਕਹਿ ਰਿਹਾ ਵੀ ਜਿਹੜਾ ਬੇਗਾਨਾ ਹੋ ਗਿਆ ਮਨੁੱਖ ਆ, ਜਿਹੜਾ ਕੁਦਰਤ ਤੋਂ ਦੂਰ ਹੋ ਗਿਆ, ਐਲੀਨੇਸ਼ਨਸ ਮੀਨਸ ਵੱਖਰਾ ਹੋਣਾ, ਅਲਗਾਵ ਹੋਣਾ, ਹੈ ਨਾ। ਸੋ ਇਸ ਦਾ ਸਹੀ ਆਨਸਰ ਬੇਟਾ ਏ ਆ। ਕੁਐਸਚਨ ਨੰਬਰ 4, ਚੂਜ਼ ਦਾ ਫਿਗਰ ਆਫ ਸਪੀਚ ਇਨ ਦਾ ਲਾਈਨਸ ਦਾ ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ, ਇਹਦੇ ਵਿੱਚ ਕਿਹੜੀ ਸਪੀਚ ਫਿਗਰ ਆਫ ਸਪੀਚ ਯੂਜ਼ ਕੀਤੀ ਗਈ ਆ। ਪਰਸੋਨੀਫਿਕੇਸ਼ਨਸ ਦੀ ਗੱਲ ਕੀਤੀ ਗਈ ਆ, ਮਤਲਬ ਉਹਨੂੰ ਬੰਦਿਆਂ ਵਾਲੀ ਗੱਲ ਵੀ ਨੇਚਰ ਦੇ ਕੰਮਾਂ ਦੀ ਗੱਲ ਹੋ ਰਹੀ ਹੈ। ਕੰਮ ਕੌਣ ਕਰਦੇ ਆ, ਬੰਦੇ ਕਰਦੇ ਆ। ਸੋ ਇਹਦਾ ਹੋ ਗਿਆ ਆਪਸ਼ਨ ਡੀ ਕਰੈਕਟ ਆਨਸਰ। ਹੁਣ ਸਾਡੇ ਕੋਲ ਨੈਕਸਟ ਸਟੈਂਜਾ, ਹੁਣ ਅਸੀਂ ਉਹ ਸਟੈਂਜਾ ਰੀਡ ਕਰਾਂਗੇ। ਥਰੋ ਪ੍ਰਿਮਰੋਜ਼, ਪ੍ਰਿਮਰੋਜ਼ ਵਰਡ ਆਇਆ ਬੇਟਾ ਜਿਹਦਾ ਮਤਲਬ ਹੁੰਦਾ ਬਸੰਤੀ ਜਾਂ ਪੀਲੇ ਰੰਗ ਦੇ ਫੁੱਲ। ਨੈਕਸਟ ਵਰਡ ਹੈਗਾ ਟਾਫਟ, ਟਾਫਟ ਦਾ ਮਤਲਬ ਹੁਣ ਤੁਸੀਂ ਦੇਖੋ ਇੱਥੇ ਕੀ ਹੈ ਨਾ, ਗੁੱਛਾ ਹੁੰਦਾ, ਮਤਲਬ ਵਾਲਾਂ ਦਾ ਗੁੱਛਾ ਵੀ ਹੋ ਸਕਦਾ, ਘਾਹ ਦਾ ਗੁੱਛਾ ਵੀ ਹੋ ਸਕਦਾ। ਇੱਥੇ ਘਾਹ ਦੇ ਗੁੱਛਿਆਂ ਦੀ ਗੱਲ ਹੋ ਰਹੀ ਹੈ। ਇਨ ਦੈਟ ਗ੍ਰੀਨ ਵਾਵਰ, ਵਾਵਰ ਦਾ ਮਤਲਬ ਹੁਣ ਇੱਥੇ ਦੇਖੋ ਇਹਦਾ ਛਾਂ ਵਾਲੀ ਥਾਂ ਹੁੰਦਾ ਗਾ। ਸੋ ਫਸਟ ਲਾਈਨ ਕਲੀਅਰ ਹੋ ਗਈ। ਨੈਕਸਟ ਦਾ ਪੈਰੀਵਿੰਕਲ ਟ੍ਰੇਲਡ ਇਟਸ ਰੀਥ, ਪੈਰੀਵਿੰਕਲ ਇੱਕ ਉਹ ਹੁੰਦੇ ਨੇ ਛੋਟੇ ਛੋਟੇ ਪੌਦੇ ਜਿਹਨੂੰ ਨੀਲੇ ਚਿੱਟੇ ਜਿਹੇ ਫੁੱਲ ਨਿਕਲਦੇ ਆ, ਜ਼ਮੀਨ ਦੇ ਨਾਲ ਨਾਲ ਉੱਗਦੇ ਛੋਟੇ ਛੋਟੇ, ਹੈ ਨਾ। ਸੋ ਇੱਥੇ ਰੀਥ ਦਾ ਮਤਲਬ ਹੁੰਦਾ ਫੁੱਲ ਮਾਲਾਵਾਂ, ਹੈ ਨਾ। ਨੇ ਇੱਕ ਵਰਡ ਆਇਆ ਇੱਥੇ ਹੁੰਦਾ ਟ੍ਰੇਲਡ ਮੀਨਸ ਘੜੀਸਣਾ ਜਾਂ ਆਪਾਂ ਕਹਿਣਾ ਖਿੱਚਣਾ, ਹੈ ਨਾ। ਨੈਕਸਟ ਆ ਗਿਆ ਐਂਡ ਇਟਸ ਮਾਈ ਫੇਥ ਦੈਟ ਐਵਰੀ ਫਲਾਵਰ ਇੰਜੋਏ ਦਾ ਏਅਰ ਇਟ ਬਰੀਥਸ। ਸੋ ਹੁਣ ਇਹ ਪੈਰਾ ਤੁਸੀਂ ਪੜ੍ਹ ਲਿਆ। ਅਤੇ ਹੁਣ ਇਹਦਾ ਦੇਖੋ ਕਹਿੰਦਾ ਜਿਹੜੇ ਪੈਰੀਵਿੰਕਲ ਦੀ ਜਿਹੜੀ ਸਦਾ ਬਹਾਰ ਬੇਲ ਹੁੰਦੀ ਆ, ਜਿਹਨੂੰ ਬਸੰਤੀ ਰੰਗ ਦੇ ਫੁੱਲ ਲੱਗਦੇ ਆ ਅਤੇ ਗੁੱਛਿਆਂ ਦੇ ਰੂਪ ਵਿੱਚ ਹੁੰਦੇ, ਉਹ ਜ਼ਮੀਨ ਦੇ ਨਾਲ ਨਾਲ ਐਂ ਫੈਲੇ ਹੁੰਦੇ ਨੇ, ਹੈ ਨਾ। ਅਤੇ ਵੀ ਕੁਦਰਤ ਦਾ ਜਿਹੜਾ ਜਾਂ ਉਸ ਦਾ ਜਿਹੜਾ ਕਵੀ ਦਾ ਵਿਸ਼ਵਾਸ ਹੈ, ਕੁਦਰਤ ਦੀਆਂ ਸਾਰੀਆਂ ਚੀਜ਼ਾਂ ਨੇ, ਜਿੰਨੇ ਵੀ ਚੀਜ਼ਾਂ ਨੇ ਉਹ ਸਾਰੀਆਂ ਸੰਜੀਵ ਨੇ, ਉਹਨਾਂ ਵਿੱਚ ਖੁਸ਼ੀ ਆ, ਖੂਬਸੂਰਤੀ ਨਾਲ ਭਰੀਆਂ ਹੋਈਆਂ ਨੇ। ਅਤੇ ਉਹਦਾ ਪੱਕਾ ਵਿਸ਼ਵਾਸ ਹੈ ਕਿ ਫੁੱਲ ਉਸ ਹਵਾ ਤੋਂ ਆਨੰਦ ਪ੍ਰਾਪਤ ਕਰਦੇ ਨੇ ਜਿਹਦੇ ਵਿੱਚ ਉਹ ਸਾਹ ਲੈਂਦੇ ਨੇ। ਸੋ ਇਹ ਪੈਰਾ ਤੁਹਾਨੂੰ ਸਮਝ ਲੱਗ ਗਿਆ। ਹੁਣ ਆਪਾਂ ਇਸ ਦੇ ਮੀਨਿੰਗ ਦੇਖਦੇ ਹਾਂ ਕੁਐਸਚਨਸ। ਫਸਟ ਕੁਐਸਚਨ ਆ ਵਾਟ ਇਜ਼ ਅ ਪ੍ਰਿਮਰੋਜ਼। ਹੁਣੇ ਮੈਂ ਤੁਹਾਨੂੰ ਦੱਸਿਆ ਸੀ ਪ੍ਰਿਮਰੋਜ਼ ਛੋਟਾ ਜਿਹਾ ਪੌਦਾ ਹੁੰਦਾ ਜਿਹਨੂੰ ਜੈਲੋ ਕਲਰ ਦੇ ਫੁੱਲ ਲੱਗਦੇ, ਜਿਹਨੂੰ ਬਸੰਤੀ ਵੀ ਆਪਾਂ ਕਹਿ ਸਕਦੇ ਹਾਂ। ਅ ਸਮਾਲ ਪਲਾਂਟ ਵਿਦ ਜੈਲੋ ਫਲਾਵਰਸ। ਸੋ ਇਹ ਇਹਦਾ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਕੁਐਸਚਨ ਨੰਬਰ 2, ਵਾਟ ਟ੍ਰਾਇਲਡ ਇਟਸ ਰੀਥ, ਕਿਹੜੀ ਦੀ ਗੱਲ ਹੋ ਰਹੀ ਹੈ, ਗੁੱਛਿਆਂ ਦੀ, ਹੈ ਨਾ, ਫੁੱਲ ਮਾਲਾਵਾਂ, ਪੈਰੀਵਿੰਕਲ ਦੀ ਗੱਲ ਹੋ ਰਹੀ ਆ, ਉੱਥੇ ਆਪਾਂ ਉੱਪਰ ਪੜ੍ਹਿਆ। ਸੋ ਇਸ ਦਾ ਆਨਸਰ ਹੈ ਸੀ। ਵਾਟ ਇਜ਼ ਦਾ ਰਾਈਮਿੰਗ ਸਕੀਮ ਆਫ ਦਾ ਸਟੈਂਜਾ। ਰਾਈਮਿੰਗ ਸਕੀਮ ਮੀਨਸ, ਹੈ ਨਾ, ਜਿਹੜਾ ਤੁਕਾਂਤ ਕਿੱਥੇ ਕਿੱਥੇ ਮਿਲਦਾ। ਦੇਖੋ ਪਹਿਲੇ ਦਾ ਕਿਹਦੇ ਨਾਲ ਮਿਲਦਾ, ਤੀਜੇ ਨਾਲ, ਹੈ ਨਾ। ਫਿਰ ਪਹਿਲੇ ਨੂੰ ਆਪਾਂ ਏ ਮੰਨਿਆ, ਬੋ ਬਾਵ ਫਲਾਵ, ਹੈ ਨਾ, ਰੀਥ ਬਰੀਥ। ਸੋ ਏ ਬੀ ਇਹ ਰਾਈਮਿੰਗ ਚੱਲ ਰਹੀ ਆ। ਸੋ ਇਸ ਦਾ ਆਨਸਰ ਹੈ ਸੀ। ਨੈਕਸਟ ਵਨ, ਵਾਟ ਇਜ਼ ਦਾ ਪੋਇਟਸ ਫੇਥ। ਕਵੀ ਦਾ ਕੀ ਵਿਸ਼ਵਾਸ ਸੀ। ਦੈਟ ਐਵਰੀ ਫਲਾਵਰ ਇੰਜੋਏ ਦਾ ਏਅਰ ਇਟ ਬਰੀਥਸ।
ਸੋ ਉਹਦਾ ਵਿਸ਼ਵਾਸ ਆ ਕਿ ਹਰ ਫੁੱਲ ਜਿਹੜੀ ਹਵਾ 'ਚ ਸਾਹ ਲੈਂਦਾ ਉਹਦਾ ਆਨੰਦ ਵੀ ਮਾਣਦਾ। ਇਹਦਾ ਵੀ ਆਪਸ਼ਨ ਸੀ ਆ। ਲਓ ਜੀ, ਹੁਣ ਆਪਣੇ ਕੋਲੇ ਨੈਕਸਟ ਆ ਗਿਆ, ਇਹਨੂੰ ਵੀ ਵੇਖੋ ਹੁਣ ਧਿਆਨ ਨਾਲ। The words around me hopped and played, their thoughts I cannot measure, but the least motion which they made, it seems a thrill of pleasure। ਇਹਦਾ ਕੀ ਮਤਲਬ? ਕਹਿੰਦੇ ਕਵੀ ਤੁਹਾਨੂੰ ਦੱਸਿਆ ਵੀ ਦਰਖਤਾਂ ਦੇ ਝੁੰਡ ਦੇ ਵਿੱਚ ਬੈਠਿਆ ਹੋਇਆ ਗਾ, ਉੱਥੇ ਕਹਿੰਦੇ ਪੰਛੀ ਨੇ ਜਿਹੜੇ ਆਲੇ ਦੁਆਲੇ ਉਹਦੇ ਕਵੀ ਦੇ ਫੁਦਕਦੇ ਫਿਰ ਰਹੇ ਨੇ, ਜੰਪ ਕਰਦੇ ਹੈ ਨਾ ਫਿਰ ਰਹੇ ਨੇ, ਖੇਡ ਰਹੇ ਨੇ। ਅਤੇ ਫਿਰ ਅਗਲੀ ਗੱਲ ਕਰਦੇ ਕਵੀ ਦੇ ਮਨ ਵਿੱਚ ਇਹ ਆ ਰਿਹਾ ਵੀ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੀਆਂ ਥੋਟਸ ਨੂੰ ਉਹ ਪੜ੍ਹ ਨਹੀਂ ਪਾ ਰਿਹਾ, ਜਾਣ ਨਹੀਂ ਪਾ ਰਿਹਾ। ਫਿਰ ਅਗਲੀ ਗੱਲ, ਪਰ ਜਿਹੜੀਆਂ ਉਹ ਹਰਕਤਾਂ ਕਰ ਰਹੇ ਨੇ ਉਹਦੇ ਆਲੇ ਦੁਆਲੇ, ਉਹ ਉਹਨੂੰ ਇਹ ਦੱਸਦੀਆਂ ਨੇ ਕਿ ਉਹ ਬਹੁਤ ਖੁਸ਼ ਨੇ, ਹੈ ਨਾ। ਸੋ ਉਹਨਾਂ ਦੀ ਛੋਟੀਆਂ ਛੋਟੀਆਂ ਹਰਕਤਾਂ ਖੁਸ਼ੀ ਦੀਆਂ ਪ੍ਰਤੀਕ ਨੇ। ਇਹ ਮਤਲਬ ਆ ਇਸ ਪੈਰੇ ਦਾ। ਚਲੋ ਜੀ, ਹੁਣ ਇਹ ਸਟੈਂਜਾ ਸਮਝ ਆ ਗਿਆ। ਹੁਣ ਇਹਦੇ ਕੁਐਸਚਨਸ ਦੇਖ ਲੈਂਦੇ ਹਾਂ। ਵਟ ਵਰ ਦਾ ਵਰਡਸ ਡੂਇੰਗ, ਵਰਡਸ ਕੀ ਕਰ ਰਹੇ ਨੇ? ਹੋਪਿੰਗ ਅਰਾਊਂਡ ਦਾ ਪੋਇਟ। ਸੋ ਇਸ ਦਾ ਆਨਸਰ ਹੈ ਆਪਸ਼ਨ ਏ। ਸੈਕਿੰਡ, ਵਟ ਇਜ਼ ਦਾ ਰਾਈਮਿੰਗ ਸਕੀਮ ਆਫ ਦਾ ਸਟੈਂਜਾ, ਉਸੇ ਪੋਇਮ ਦਾ ਇਹਦਾ ਵੀ ਦੇਖੋ ਰਾਈਮਿੰਗ ਸਕੀਮ। ਪਲੇਡ, ਮੇਡ, ਪਹਿਲੇ ਦਾ ਤੀਜੇ ਨਾਲ ਮਿਲ ਰਿਹਾ, ਦੂਜੇ ਦਾ ਚੌਥੇ ਨਾਲ। ਸੋ ਏ ਬੀ। ਓਕੇ, ਨੈਕਸਟ ਵਨ, ਵਿਚ ਆਫ ਦਾ ਅਬਵ ਲਾਈਨ ਸ਼ੋ ਦੈਟ ਦ ਬਰਡਸ ਵਰ ਹੈਪੀ। ਕਿਹੜੀ ਲਾਈਨ ਸਾਨੂੰ ਇਹ ਦੱਸ ਰਹੀ ਹੈ ਕਿ ਜਿਹੜੇ ਪੰਛੀ ਨੇ ਉਹ ਖੁਸ਼ ਨੇ? ਦ ਬਰਡਸ ਅਰਾਊਂਡ ਮੀ ਹੋਪਿੰਗ ਐਂਡ ਪਲੇਡ, ਇਹ ਲਾਈਨ ਦੱਸਦੀ ਆ। ਸੋ ਸੀ ਆਨਸਰ ਆ। ਨੈਕਸਟ ਵਨ, ਦ ਪੋਇਟ ਕੈਨ ਨਾਟ ਮੈਜ਼ਰ, ਕੀ ਨਹੀਂ ਮੈਜ਼ਰ ਕਰ ਰਿਹਾ? ਬਰਡਸ ਦੀ ਥੋਟਸ ਨਹੀਂ ਮੈਜ਼ਰ ਕਰ ਸਕਿਆ ਉਹ। ਸੋ ਇੱਥੇ ਥੋਟ ਦੀ ਗੱਲ ਹੋਈ ਸੀ, ਥੋਟ ਚੂਜ਼ ਕਰਾਂਗੇ। ਪੇਨ, ਸਾਈਜ਼ ਦਿੱਤਾ ਦੂਜਾ, ਉਹ ਨਹੀਂ ਚੂਜ਼ ਕਰਾਂਗੇ। ਸੋ ਬੀ ਆਨਸਰ ਹੈ ਬੇਟਾ। ਲਓ ਜੀ, ਨੈਕਸਟ ਵਨ ਔਰ ਲਾਸਟ ਵਨ, ਇਸ ਦਾ ਸਟੈਂਜਾ ਆ ਗਿਆ ਹੁਣ ਸਾਡੇ ਕੋਲੇ, ਇਹਨੂੰ ਆਪਾਂ ਪੜ੍ਹਦੇ ਹਾਂ। The budding twigs spread out their fan to catch the breezy air, and I must think, do all I can, that there was pleasure there। ਹੁਣ ਇਹਦਾ ਕੀ ਮਤਲਬ? ਬਰਡ ਹੁੰਦਾ ਪੁੱਤ ਕਲੀ, ਜਿਵੇਂ ਫੁੱਲ ਖਿੜਨ ਤੋਂ ਪਹਿਲਾਂ ਦੀ ਜਿਹੜੀ ਸਥਿਤੀ ਹੁੰਦੀ ਹੈ ਉਹਨੂੰ ਕਲੀ ਕਹਿੰਦੇ ਨਾ ਆਪਾਂ ਪੰਜਾਬੀ 'ਚ, ਉੱਥੇ ਬਰਡ ਹੋ ਗਿਆ। ਸੋ ਬਡਿੰਗ ਟਵਿੰਗਸ ਹੁੰਦਾ ਛੋਟੀਆਂ ਛੋਟੀਆਂ ਟਾਹਣੀਆਂ, ਸਪਰੈਡ ਮੀਨਸ ਫੈਲੀਆਂ ਹੋਈਆਂ। ਕਹਿੰਦੇ ਉਹ ਕਵੀ ਇੱਥੇ ਕੀ ਕਹਿ ਰਿਹਾ? ਦਰਖਤਾਂ ਦੀਆਂ ਜਿਹੜੀਆਂ ਟਾਹਣੀਆਂ ਉੱਪਰ ਕੋਮਲ ਕੋਮਲ ਕਲੀਆਂ ਲੱਗੀਆਂ ਹੋਈਆਂ ਨੇ ਜਾਂ ਪੱਤਿਆਂ ਨਾਲ ਭਰੀਆਂ ਹੋਈਆਂ ਛੋਟੀਆਂ ਛੋਟੀਆਂ ਟਾਹਣੀਆਂ ਨੇ, ਉਹ ਐਂ ਲੱਗਦਾ ਜਿਵੇਂ ਆਪਣੇ ਪੰਖ ਖਿਲਾਰ ਰੱਖੇ ਹੋਣ ਉਹਨਾਂ ਨੇ। ਕਾਹਦੇ ਲਈ? ਟੂ ਕੈਚ ਦਾ ਬਰੀਜ਼ੀ ਏਅਰ, ਜਿਹੜੀ ਬਰੀਜ਼ੀ ਏਅਰ ਮੀਨਸ ਹੌਲੀ ਹੌਲੀ ਚੱਲਦੀ ਹੋਈ ਹਵਾ ਨੂੰ ਪਕੜਨ ਲਈ। ਅਤੇ ਫਿਰ ਉਹ ਅੱਗੇ ਕੀ ਸੋਚਦਾ ਗਾ? ਕਹਿੰਦਾ ਮੈਨੂੰ ਅਜਿਹਾ ਪ੍ਰਤੀਤ ਹੋ ਰਿਹਾ ਜਾਂ ਮੈਂ ਐਵੇਂ ਦਾ ਸੋਚ ਰਿਹਾ ਗਾ, ਜਿੰਨਾ ਮੈਂ ਸੋਚ ਸਕਦਾ ਸੀ ਕਿ ਇਹ ਜਿਹੜੇ ਪੌਦੇ ਨੇ ਉਹ ਵੀ, ਜਾਂ ਪੌਦੇ ਨੇ ਜਾਂ ਰੁੱਖ ਨੇ, ਇਹ ਵੀ ਆਨੰਦ ਮਾਣ ਰਹੇ ਨੇ। ਸੋ ਇਹ ਸਟੈਂਜੇ ਦਾ ਮੀਨਿੰਗ ਆ। ਹੁਣ ਇਹਦੇ ਕੁਐਸਚਨਸ ਦੇਖ ਲਓ। ਵਾਟ ਇਜ਼ ਦਾ ਰਾਈਮਿੰਗ ਸਕੀਮ? ਏ ਬੀ ਹੋਈ ਆ ਰਾਈਮਿੰਗ ਸਕੀਮ ਇਸ ਪੋਇਮ ਦੀ ਸਾਰੀ। ਇਹ ਮੈਂ ਤੁਹਾਨੂੰ ਤਾਂ ਦੱਸਿਆ ਸੀ ਵੀ ਪਹਿਲੇ ਦਾ ਤੀਜੇ ਨਾਲ ਮਿਲਦਾ, ਉਹ ਕਿਸੇ ਵੀ ਹੋਰ ਪੋਇਮ 'ਚ ਹੁੰਦਾ। ਰਾਈਮਿੰਗ ਸਕੀਮ ਇਸੇ ਤਰੀਕੇ ਨਾਲ ਆਪਾਂ ਦੇਖਣੀ ਆ। ਜੇ ਪਹਿਲੀਆਂ ਦੋ ਦਾ ਮਿਲਦਾ ਆਪਸ ਵਿੱਚ, ਪਹਿਲੀ ਦੂਜੀ ਤੀਜੀ ਚੌਥੀ, ਫਿਰ ਏ ਬੀ ਹੋਊਗੀ ਰਾਈਮਿੰਗ ਸਕੀਮ। ਓਕੇ, ਨੈਕਸਟ ਵਨ, ਵਾਟ ਡੂ ਦਾ ਵਰਡਿੰਗ ਟਵਿੰਗਸ ਟਰਾਈ ਟੂ ਡੂ, ਕੀ ਕਰਨ ਦੀ? ਛੋਟੀ ਛੋਟੀਆਂ ਟਾਹਣੀਆਂ ਨੇ ਜਿਹੜੀਆਂ ਜਾਂ ਕਲੀਆਂ ਨੇ, ਕੀ ਫੜਨ ਦੀ ਕੋਸ਼ਿਸ਼ ਕਰ ਰਹੀਆਂ? ਟਰਾਈ ਟੂ ਕੈਚ ਦਾ ਜੈਂਟਲ ਵਾਈਂਡ, ਪਿਆਰੀ ਪਿਆਰੀ ਵਗਦੀ ਹਵਾ ਨੂੰ ਪਕੜਨ ਦੀ। ਸੋ ਇਹਦਾ ਆਨਸਰ ਹੈ ਏ। ਥਰਡ, ਦ ਟਰੀਜ਼ ਐਂਡ ਪਲਾਂਟਸ ਵਰ ਡੈਸ਼ ਦੈਮਸੈਲਫ, ਕੀ ਕਰ ਰਹੇ ਨੇ? ਉਹ ਇੰਜੋਏ ਕਰ ਰਹੇ ਨੇ। ਸੋ ਇਸ ਦਾ ਵੀ ਆਨਸਰ ਹੈ ਆਪਸ਼ਨ ਏ। ਨੈਕਸਟ ਵਨ, ਦ ਏਅਰ ਇਜ਼ ਡੈਸ਼ ਐਂਡ ਐਵਰੀ ਸੀਮਸ ਟੂ ਬੀ ਹੈਪੀ, ਕੀ ਹੈ ਇੱਥੇ? ਕੂਲ, ਦ ਏਅਰ ਇਜ਼ ਕੂਲ, ਹਵਾ ਠੰਡੀ ਹੈ ਅਤੇ ਸਾਰੇ ਕੀ ਕਰ ਰਹੇ ਨੇ? ਖੁਸ਼ ਨੇ ਉਸ ਹਵਾ ਦੇ ਵਿੱਚ। ਸੋ ਇਹ ਹੋ ਗਿਆ। ਲੈ ਮੈਂ ਤਾਂ ਸੋਚਿਆ ਸੀ ਲਾਸਟ ਹੈ, ਇਹ ਤਾਂ ਇੱਕ ਸਟੈਂਜਾ ਹੋਰ ਆ ਗਿਆ। ਚਲੋ ਇਹਨੂੰ ਵੀ ਦੇਖੋ ਫਿਰ ਹੁਣ। ਹਾਂਜੀ, if this belief from heaven be sent, if such be nature's holy plan, have I not seen to lament what man has made of man। ਹੁਣ ਇੱਥੇ ਕਵੀ ਗੱਲ ਕਰ ਰਿਹਾ ਲਾਸਟ ਲਾਈਨਾਂ ਦੇ ਵਿੱਚ, ਕਵੀ ਦਾ ਵਿਚਾਰ ਆ, ਕਵੀ ਦੀ ਸੋਚ ਆ। ਉਹ ਕਹਿ ਰਿਹਾ ਕਿ ਕੁਦਰਤ ਇੱਕ ਸੰਜੀਵ ਵਾਸਤਵਿਕਤਾ ਹੈਗੀ, ਵੀ ਸਾਰਾ ਕੁਛ ਜੋ ਵੀ ਕੁਦਰਤ ਦੇ ਵਿੱਚ ਆ ਉਹ ਜੀਂਦਾ ਜਾਗਦਾ ਗਾ, ਰੱਬ ਦੁਆਰਾ ਦਿੱਤਾ ਗਿਆ, ਸੱਚਾ ਸੁੱਚਾ, ਹੈ ਨਾ। ਸੋ ਇਸ ਲਈ ਉਹ ਗੱਲ ਕਰਦਾ ਵੀ ਕੁਦਰਤ ਦੀ ਇੱਕ ਪਵਿੱਤਰ ਪਲਾਨ ਸੀ, ਹੋਲੀ ਪਲਾਨ, ਹੈ ਨਾ, ਪਵਿੱਤਰ ਵਿਉਂਤ ਸੀ, ਪਲਾਨ ਸੀ ਕਿ ਸਾਰੇ ਜੀਵ ਨੇ ਜਿਹੜੇ ਸ਼ਾਂਤੀ ਅਤੇ ਮਿੱਤਰਤਾ ਪੂਰਵਕ ਰਹਿਣ। ਬਟ ਦੁੱਖ ਦੀ ਗੱਲ ਕੀ ਹੈ? ਕਵੀ ਇਹੀ ਗੱਲ ਕਰ ਰਿਹਾ ਐਂਡ 'ਤੇ ਜਾ ਕੇ, ਜਿਹੜਾ ਮਨੁੱਖ ਆ ਉਹਨੇ ਆਪਣੇ ਆਪ ਨੂੰ ਕੁਦਰਤ ਤੋਂ ਵੱਖ ਕਰ ਲਿਆ, ਇਸੇ ਕਾਰਨ ਉਹ ਅੱਜ ਦੁਖੀ ਆ।
ਆਪ ਉਹਦੀ ਜਿਹੜੀ ਹਾਲਤ ਆ ਤਰਸਯੋਗ ਉਹ ਵੀ ਇਸੇ ਕਾਰਨ ਹੈ ਜੋ ਮਨੁੱਖ ਨੇ ਆਪਣੇ ਆਪ ਬਣਾਈ ਆ ਕੁਦਰਤ ਤੋਂ ਦੂਰ ਹੋ ਕੇ। ਸੋ ਇਹ ਹੋ ਗਿਆ ਨੇਮ ਦਾ ਪੋਇਮ ਐਂਡ ਦਾ ਪੋਇਟ। ਕੀ ਹੈ ਨੇਮ ਦਾ ਪੋਇਮ? ਲਾਈਨਸ ਰਿਟਨ ਇਨ ਅਰਲੀ ਸਪਰਿੰਗ। ਰਾਈਟਰ ਕੌਣ ਆ? ਵਿਲੀਅਮ ਵਰਡਸਵਰਥ। ਸੈਕਿੰਡ ਕੁਐਸਚਨ ਆ ਵਾਟ ਡਜ਼ ਦਾ ਪੋਇਟ ਲੈਮੈਂਟ ਅਬਾਊਟ। ਪੋਇਟ ਕਿਸ ਚੀਜ਼ ਬਾਰੇ ਲਾਹਨਤਾਂ ਪਾ ਰਿਹਾ? ਅਬਾਊਟ ਦਾ ਨਗਲੈਕਟ ਆਫ ਨੇਚਰ ਬਾਈ ਮੈਨ। ਮਨੁੱਖ ਦੁਆਰਾ ਕੁਦਰਤ ਦੀ ਅਣਦੇਖੀ ਕਰਨ 'ਤੇ। ਸੋ ਇਸ ਦਾ ਆਪਸ਼ਨ ਬੀ ਰਾਈਟ ਆਨਸਰ। ਥਰਡ ਕੁਐਸਚਨ ਆ ਦਾ ਪੋਇਟ ਇਜ਼ ਲੈਮਟਿੰਗ ਅਬਾਊਟ ਦਾ ਐਕਸ਼ਨਸ ਆਫ। ਕਿਹਦੇ ਐਕਸ਼ਨਾਂ 'ਤੇ ਉਹ ਲਾਹਨਤਾਂ ਪਾਉਂਦਾ? ਮਨੁੱਖ ਦੇ, ਹਿਊਮਨਸ। ਸੋ ਆ ਗਿਆ ਇਹਦਾ ਆਨਸਰ ਏ। ਨੈਕਸਟ ਵਨ ਆ ਵਾਟ ਡਜ਼ ਹੈਵਨ ਰੈਫਰ ਟੂ। ਹੈਵਨ ਤੋਂ ਕੀ ਮਤਲਬ ਹੁਣ ਇੱਥੇ? ਦਾ ਪਲੇਸ ਆਫ ਗੋਡ। ਕੀ ਹੈ? ਸਵਰਗ ਕੀ ਹੈ? ਜਿੱਥੇ ਪਰਮਾਤਮਾ ਦੀ ਬਣਾਈ ਹੋਈ ਜਗ੍ਹਾ ਕੀ ਹੈ ਨਾ, ਜੋ ਪਰਮਾਤਮਾ ਜਿੱਥੇ ਬਸਦਾ। ਸੋ ਇਹ ਹੋ ਗਿਆ ਬੇਟਾ। ਹੁਣ ਇਸ ਤੋਂ ਇਲਾਵਾ ਆਬਜੈਕਟਿਵ ਟਾਈਪ ਕੁਐਸਚਨਸ ਵੀ ਨੇ, ਉਹ ਵੀ ਮੈਂ ਇੱਕ ਵਾਰ ਇੱਥੇ ਤੁਹਾਨੂੰ ਦਿਖਾਉਂਦੀ ਹਾਂ, ਵੈਸੇ ਤੁਸੀਂ ਕੀਤੇ ਹੋਏ ਨੇ, ਫਿਰ ਵੀ ਇੱਕ ਵਾਰ ਸੁਣ ਲਓ। ਹਾਂਜੀ ਬੇਟਾ, ਇਹ ਦੇਖੋ ਇਹ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਆਪਾਂ ਆਲਰੇਡੀ ਲਿਖੇ ਹੋਏ ਨੇ। ਇਹਨੂੰ ਜਿਹੜੇ ਬੱਚਿਆਂ ਨੇ ਨਹੀਂ ਲਿਖੇ ਉਹ ਇੱਥੋਂ ਦੇਖ ਕੇ ਜ਼ਰੂਰ ਕਰ ਸਕਦੇ ਆ। ਜਿਨ੍ਹਾਂ ਨੇ ਨੋਟ ਡਾਊਨ ਕੀਤੇ ਹੋਏ ਨੇ ਉਹ ਉੱਥੋਂ ਲਰਨ ਕਰ ਲੈਣਗੇ। ਦੇਖੋ ਫਸਟ ਉਹਨਾਂ ਨੇ ਇਹੀ ਪੁੱਛਿਆ ਹੈਗਾ ਪੋਇਮ ਦਾ ਨਾਮ ਅਤੇ ਪੋਇਟ ਦਾ ਨਾਮ, ਉਹ ਅਸੀਂ ਕਰ ਚੁੱਕੇ ਹਾਂ। ਸੈਕਿੰਡ 'ਚੋਂ ਕੀ ਇੰਜੋਏ ਕਰ ਰਹੇ ਨੇ? ਹਾਊ ਡਿਡ ਦਾ ਪੋਇਟ ਫੀਲ ਵਾਈਲ ਇੰਜੋਇੰਗ ਦਾ ਬਿਊਟੀ ਆਫ ਨੇਚਰ। ਕੀ ਸੋਚ ਕੀ ਰਿਹਾ ਉਹ ਜਾਂ ਕੀ ਕਰ ਰਿਹਾ? ਦਾ ਪੋਇਟ ਵਾਜ਼ ਇਨ ਸਵੀਟ ਮੂਡ ਵਾਈਲ ਇੰਜੋਇੰਗ ਦਾ ਬਿਊਟੀ ਆਫ ਨੇਚਰ। ਹੀ ਵਾਜ਼ ਸਿਟਿੰਗ ਇਨ ਗਰੋਵ ਐਂਡ ਹੇਅਰ ਥਾਊਜ਼ੈਂਡ ਬਲੈਂਡਰ ਨੋਟਸ। ਪ੍ਰੀਮਰੋਜ਼ ਵਾਲਾ ਅਸੀਂ ਕਰ ਚੁੱਕੇ ਹਾਂ, ਯੈਲੋ ਕਲਰ ਦੇ ਫਲਾਰ ਹੁੰਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਨੋਟਿਸ ਉਹਨੇ ਕੀ ਕੀਤਾ ਵੀ ਛੋਟੀਆਂ ਛੋਟੀਆਂ ਜਿਹੜੀਆਂ ਟਾਹਣੀਆਂ ਨੇ ਹੈ ਨਾ, ਉਹ ਬਰੀਜ਼ੀ ਏਅਰ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਰਾਈਮਿੰਗ ਸਕੀਮ ਦੀ ਗੱਲ ਹੋਈ ਆ। ਇਹ ਵੀ ਹੁਣ ਮਲਟੀਪਲ ਚੋਇਸ ਕੁਐਸਚਨ 'ਤੇ ਦੇਖੋ ਅਕੋਰਡਿੰਗ ਟੂ ਦਾ ਫਸਟ ਸਟੈਂਜਾ ਜਿਹੜਾ ਪੋਇਟ ਦਾ ਮੂਡ ਕਿੱਦਾਂ ਦਾ? ਸਵੀਟ। ਉਸ ਤੋਂ ਬਾਅਦ ਅਕੋਰਡਿੰਗ ਟੂ ਦਾ ਫਸਟ ਸਟੈਂਜਾ ਦਾ ਪੋਇਮ ਵੇਅਰ ਇਜ਼ ਪੋਇਟ ਸਿਟਿੰਗ ਇਨ ਗਰੋਵ। ਹਾਂ ਲਿਮਟ ਦੀ ਗੱਲ ਕੀਤੀ ਹੈ ਕਿਹੜੇ 'ਤੇ ਆ? ਅਬਾਊਟ ਦਾ ਨੈਗਲੈਕਟ ਆਫ ਨੇਚਰ ਬਾਏ ਮੈਨ। ਇਹ ਵੀ ਆਪਾਂ ਕੀਤਾ। ਉੱਧਰ ਕਿਹੜਾ ਮੈਟਾਫੋਰ ਜਾਂ ਕਿਹੜਾ ਉਹ ਇਹਦੇ 'ਚ ਫਿਗਰ ਆਫ ਸਪੀਚ ਯੂਜ਼ ਕੀਤੀ ਗਈ ਹੈ? ਪਰਸੋਨੀਫਿਕੇਸ਼ਨ ਪੋਇਮ ਦੇ ਵਿੱਚ। ਸੋ ਇਹ ਤੁਸੀਂ ਕਰ ਲੈਣੀ ਆ। ਦਾ ਪੋਇਟ ਫੀਲ ਡੈਸ਼ ਐਟ ਦਾ ਫੈਕਟ ਦੈਟ ਹਿਊਮਨ ਬੀਇੰਗ ਆਰ ਐਕਸਪਲੋਇਟਿੰਗ ਨੇਚਰ। ਕੀ ਫੀਲ ਕਰ ਰਿਹਾ? ਡਿਸਟਰਸਟ। ਓਕੇ ਦਾ ਏਅਰ ਇਜ਼ ਬਰੀਜ਼ੀ। ਹਾਂ ਟਰੂ ਫਾਲਸ 'ਚ ਆ ਜਾਓ। ਟੂ ਹਰ ਫੇਅਰ ਵਰਕ ਡਿਡ ਨੇਚਰ ਲਿੰਕ ਇੱਕ ਇਜ਼ ਐਨ ਐਗਜ਼ਾਮਪਲ ਆਫ ਪਰਸੋਨੀਫਿਕੇਸ਼ਨ। ਟਰੂ ਔਰ ਫਾਲਸ ਆ? ਟਰੂ ਆ। ਐਵਰੀ ਬਰਡ ਐਂਡ ਫਲਾਵਰ ਵਾਜ਼ ਇੰਜੋਇੰਗ ਦਾ ਬਰੀਜ਼ੀ ਏਅਰ। ਇਹ ਵੀ ਟਰੂ ਆ। ਨੇਚਰ ਹੈਜ਼ ਅ ਹੋਲੀ ਪਲਾਨ। ਇਹ ਵੀ ਟਰੂ ਆ। ਦਾ ਪੋਇਟ ਇਜ਼ ਨਾਟ ਲਿਮਟਿੰਗ ਅਬਾਊਟ ਦਾ ਐਕਸ਼ਨਸ ਆਫ ਹਿਊਮਨਿਟੀ। ਇਹ ਫਾਲਸ ਆ। ਉਹ ਤਾਂ ਲਿਮਟ ਕਰ ਰਿਹਾ ਸੀ ਨਾ, ਲਾਹਨਤਾਂ ਪਾ ਰਿਹਾ ਸੀ। ਸੋ ਇਹ ਫਾਲਸ। ਅਗਰ ਨਾਟ ਨਾ ਲੱਗਿਆ ਹੁੰਦਾ ਫਿਰ ਟਰੂ ਹੁੰਦਾ। ਵਰਡਸਵਰਥ ਇਜ਼ ਨੋਨ ਐਜ਼ ਦਾ ਪੋਇਟ ਆਫ ਨੇਚਰ। ਇਹ ਵੀ ਟਰੂ ਆ। ਹੁਣ ਵਿਲੀਅਮ ਵਰਡਸਵਰਥ ਦੀ ਲਿਖੀ ਵੀ ਪੋਇਮ ਹੈ ਅਤੇ ਉਹਨੂੰ ਨੇਚਰ ਦਾ ਕਵੀ ਕਰਕੇ ਜਾਣਿਆ ਜਾਂਦਾ। ਵੇਅਰ ਡਿਡ ਦਾ ਸਵੀਟ ਸਾਊਂਡਸ ਲੀਡ ਦਾ ਪੋਇਟ। ਕਿੱਧਰ ਨੂੰ ਲੈ ਗਈਆਂ ਸਵੀਟ ਸਾਊਂਡਸ ਪੋਇਟ ਨੂੰ? ਪਹਿਲਾਂ ਉਹ ਕੀ ਕਰਿਆ? ਸਵੀਟ ਮੂਡ ਦੇ ਵਿੱਚ ਚਲਿਆ ਗਿਆ, ਫਿਰ ਉਹਨੂੰ ਉਹ ਉਦਾਸ ਸੋਚਾਂ ਵੱਲ ਲੈ ਗਈਆਂ। ਬਟ ਡਿਡ ਦਾ ਪੋਇਟ ਸੀ ਥਰੂ ਦਾ ਬ੍ਰਾਂਚਿਸ ਆਫ ਦਾ ਪ੍ਰਿਮਰੋਜ਼। ਕੀ ਦੇਖ ਰਿਹਾ ਉਹਦੇ ਵਿੱਚ ਦੀ? ਦਾ ਪੋਇਟ ਸਾ ਕ੍ਰੀਪਰ ਆਫ ਪੈਰੀਵਿੰਕਲ। ਓਕੇ ਪੈਰੀਵਿੰਕਲ ਦੀ ਵੇਲ ਦੇਖ ਰਿਹਾ ਉਹਦੇ ਵਿੱਚ ਦੀ। ਵਾਈ ਇਜ਼ ਮੈਨ ਅਨਹੈਪੀ। ਮੈਨ ਆ ਜਿਹੜਾ ਅਨਹੈਪੀ ਕਿਉਂ ਆ? ਮੈਨ ਇਜ਼ ਅਨਹੈਪੀ ਬਿਕਾਊਜ਼ ਹੀ ਹੈਜ਼ ਸੈਪਰੇਟਡ ਹਿਮਸੈਲਫ ਫਰੋਮ ਨੇਚਰ। ਕਿਉਂਕਿ ਉਹਨੇ ਆਪਣੇ ਆਪ ਨੂੰ ਨੇਚਰ ਤੋਂ ਵੱਖਰਾ ਕਰ ਲਿਆ। ਸੋ ਇਹ ਹੋ ਗਈ ਬੇਟਾ ਤੁਹਾਡੀ ਸਾਰੀ ਪੋਇਮ। ਠੀਕ, ਜੋ ਇਹਦਾ ਅਵੇਲੇਬਲ ਸੀ ਉਹ ਆਪਾਂ ਕਰ ਲਿਆ। ਸਾਰੀ ਪੋਇਮ ਰਿਵਾਈਜ਼ ਹੋ ਗਈ। ਧਿਆਨ ਨਾਲ ਸਾਰੀ ਨੂੰ ਸੁਣ ਲੈਣਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ, ਉਹ ਵੀ ਫਾਇਦਾ ਲੈ ਸਕਣ, ਇਸ ਦਾ ਟਰਮ 1 ਦੀ ਤਿਆਰੀ ਕਰ ਸਕਣ। ਬਾਏ ਬਾਏ।